ਮॉर्निंग स्टूडेंट्स ਲੈਸਨ ਚੱਲ ਰਿਹਾ ਹੈ ਹਿਸਟਰੀ ਦਾ ਜੀ ਦਾ ਰੀਜਨਲ ਖੇਤਰ ਦੇ ਬਾਰੇ ਪੜ੍ਹ ਰਹੇ ਹਾਂ। ਇਹਦੇ ਵਿੱਚ ਪਿਛਲੇ ਲੈਕਚਰ ਦੇ ਵਿੱਚ ਆਪਾਂ ਕੀ ਪੜ੍ਹ ਕੇ ਆਏ ਹਾਂ। ਪਿਛਲੇ ਲੈਕਚਰ ਦੇ ਵਿੱਚ ਆਪਾਂ ਟ੍ਰੀਪਰਟਾਈਟ ਸਟਰਗਲ ਜਿਸ ਦੇ ਵਿੱਚ ਚੋਲਾਸ ਗੁਰਜਾਰਾ ਪ੍ਰਤੀਹਾਰਾਸ ਰਾਸ਼ਟਰਕੂਟਾਂ ਸਨ। ਉਸ ਤੋਂ ਬਾਅਦ ਚੌਹਾਨਸ ਸਿਸੋਡੀਅਸ ਤੇ ਤਰਕਿਸ਼ ਇਨਵੈਂਸ਼ਨ ਦੇ ਬਾਰੇ ਪੜ੍ਹਿਆ। ਹੁਣ ਤਰਕਿਸ਼ ਇਨਵੈਂਸ਼ਨ ਦਾ ਦੂਸਰਾ ਜੋ ਇੰਪੋਰਟੈਂਟ ਰੂਲਰ ਸੀ ਮੁਹੰਮਦ ਗੌਰੀ, ਉਸ ਦੇ ਬਾਰੇ ਅੱਜ ਪੜ੍ਹਾਂਗੇ। ਇਹ ਵੀ ਟਰਕਿਸ਼ ਰੂਲਰ ਸੀਗਾ। ਇਸ ਨੂੰ ਫਾਊਂਡਰ ਆਫ ਮੁਸਲਿਮ ਰੂਲ, ਇੰਡੀਆ ਦੇ ਵਿੱਚ ਮੁਸਲਿਮ ਰੂਲ ਦਾ ਅਸਲ ਫਾਊਂਡਰ ਮੰਨਿਆ ਜਾਂਦਾ ਹੈ। ਅਫਗਾਨਿਸਤਾਨ ਦੇ ਵਿੱਚ ਛੋਟਾ ਜਿਹਾ ਜੋ ਰਾਜ ਸੀ ਗੌਰ, ਜਿਸ 'ਤੇ ਕਿ ਇਹ ਰੂਲ ਕਰਦਾ ਸੀਗਾ। ਠੀਕ ਹੈ, ਇਹ ਵੀ ਮਹਿਮੂਦ ਗਜ਼ਨਵੀ ਦੇ ਵਾਂਗੂ ਹੀ ਬਹੁਤ ਐਂਬੀਸ਼ੀਅਸ ਸੀਗਾ ਅਤੇ ਇੰਡੀਆ ਨੂੰ ਸਾਰੇ ਇੰਡੀਆ 'ਤੇ ਹੀ ਆਪਦਾ ਰਾਜ ਕਰਨਾ ਚਾਹੁੰਦਾ ਸੀ। ਸੋ ਇਸੇ ਮੋਟਿਵ ਦੇ ਵਾਸਤੇ ਇਸ ਨੇ ਇੰਡੀਆ 'ਤੇ ਬਹੁਤ ਸਾਰੇ ਹਮਲੇ ਕੀਤੇ ਆ। 1175 ਤੋਂ ਲੈ ਕੇ 1205 ਤੱਕ ਇਸ ਨੇ ਹਮਲੇ ਕੀਤੇ। ਉਸ ਟਾਈਮ ਦੇ ਦੌਰਾਨ ਹੀ ਇੱਥੇ ਜਿਹੜੀਆਂ ਸੀ ਤਰਾਇਨ ਦੀਆਂ ਦੋ ਲੜਾਈਆਂ ਹੋਈਆਂ, ਜਿਹੜੀਆਂ ਕਿ ਆਪਾਂ ਪਿੱਛੇ ਪੜ੍ਹ ਕੇ ਆਏ ਬੇਟੇ। 1191 ਦੇ ਵਿੱਚ ਫਸਟ ਇਨਵੈਂਸ਼ਨ ਹੋਇਆ ਸੀ ਤਰਾਇਨ ਦਾ, 1192 ਦੇ ਵਿੱਚ ਸੈਕਿੰਡ ਹੋਇਆ ਸੀ। ਪ੍ਰਿਥਵੀ ਰਾਜ ਚੌਹਾਨ ਅਤੇ ਜੋ ਮੁਹੰਮਦ ਗੌਰੀ ਸੀ, ਉਹਨਾਂ ਦੋਹਾਂ ਦੇ ਵਿਚਕਾਰ ਇਹ ਲੜਾਈਆਂ ਹੋਈਆਂ ਸੀ। ਜੋ ਫਸਟ ਬੈਟਲ ਸੀ ਤਰਾਇਨ ਦੀ, ਉਸ ਦੇ ਵਿੱਚ ਮੁਹੰਮਦ ਗੌਰੀ ਪ੍ਰਿਥਵੀ ਰਾਜ ਚੌਹਾਨ ਤੋਂ ਹਾਰ ਗਿਆ ਸੀ। ਬਟ ਸੈਕਿੰਡ ਬੈਟਲ ਦੇ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ ਅਤੇ ਨਾਲ ਉਸ ਨੂੰ ਮਾਰ ਵੀ ਦਿੱਤਾ ਸੀ। ਸੋ ਇਸ ਨੇ ਬਹੁਤ ਸਾਰੀਆਂ ਜੋ ਜਿੱਤਾਂ ਪ੍ਰਾਪਤ ਕੀਤੀਆਂ, ਕਨੌਜ ਨੂੰ ਵੀ ਜਿੱਤਿਆ ਸੀਗਾ। ਠੀਕ ਹੈ, ਅਤੇ ਹੋਰ ਵੀ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਇਹ 1198 ਦੇ ਵਿੱਚ ਅਫਗਾਨਿਸਤਾਨ ਵਾਪਸ ਚਲਾ ਗਿਆ ਸੀ। ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਕੁਤਬਦੀਨ ਐਬਕ, ਜਿਹੜਾ ਕਿ ਉਸ ਦਾ ਟਰਸਟੀ ਸੀ, ਉਸ ਦਾ ਸਲੇਵ ਸੀ, ਉਸ ਨੂੰ ਇੱਥੇ ਛੱਡ ਕੇ ਆਪ ਵਾਪਸ ਚਲਾ ਗਿਆ ਸੀ ਦਾ ਪਿਕਚਰ ਆਫ ਮੁਹੰਮਦ ਗੌਰੀ। 1206 AD ਦੇ ਵਿੱਚ ਇਸ ਦੀ ਮੌਤ ਹੋ ਗਈ ਸੀ ਅਤੇ ਆਪਣਾ ਕੋਈ ਸੰਤਾਨ ਨਾ ਹੋਣ ਦੇ ਕਰਕੇ ਕੁਤਬਦੀਨ ਐਬਕ, ਜਿਸ ਨੂੰ ਪਹਿਲਾਂ ਇਸ ਨੇ ਜਿਹੜਾ ਸੀ ਆਪਦਾ ਕਮਾਂਡਰ ਬਣਾਇਆ ਸੀ, ਉਹ ਇੰਡੀਪੈਂਡੈਂਸ ਰੂਲ ਜਿਹੜਾ ਸੀ ਉਸਨੇ ਇੱਥੇ ਸਥਾਪਿਤ ਕਰ ਲਿਆ ਸੀਗਾ ਅਤੇ ਸਲੇਵ ਡਾਇਨੈਸਟੀ ਦੀ ਸਥਾਪਨਾ ਕੀਤੀ ਇੰਡੀਆ ਦੇ ਵਿੱਚ। ਸਲੇਵ ਡਾਇਨੈਸਟੀ ਦਾ ਫਾਊਂਡਰ ਕੁਤਬਦੀਨ ਐਬਕ ਨੂੰ ਮੰਨਿਆ ਜਾਂਦਾ ਹੈ। ਰਾਜਪੂਤ ਅਤੇ ਟਰਕ, ਇਹਨਾਂ ਦੋਹਾਂ ਦੇ ਵਿਚਕਾਰ ਬਹੁਤ ਸਾਰੀਆਂ ਲੜਾਈਆਂ ਹੋਈਆਂ। ਸੋ ਆਪਾਂ ਰੀਜ਼ਨ ਪੜ੍ਹਦੇ ਹਾਂ ਕਿ ਰੀਜ਼ਨ ਕੀ ਸੀ ਕਿ ਟਰਕ ਹਮੇਸ਼ਾ ਜਿੱਤਦੇ ਕਿਉਂ ਸੀ, ਇਹਨਾਂ ਦੀ ਸਕਸੈਸ ਦਾ ਕਾਰਨ ਕੀ ਸੀ, ਸਫਲਤਾ ਦਾ ਕਾਰਨ ਕੀ ਸੀ। ਸਭ ਤੋਂ ਪਹਿਲਾਂ ਦੇ ਫੋਲੋ ਟ੍ਰੈਡੀਸ਼ਨਲ ਮੋਡਸ ਆਫ ਵਾਰਫੇਅਰ ਐਂਡ ਫਾਊਟ ਔਨ ਐਲੀਫੈਂਟਸ ਵਾਈਲ ਟਰਕਿਸ਼ ਯੂਜ਼ਡ ਹਾਰਸਸ ਵਿਚ ਵਰ ਫਾਸਟਰ। ਦੇਅਰ ਆਰਮੀ was better equipped and they had better planning and strategies। ਹੁਣ ਕੀ ਸੀ, ਰਾਜਪੂਤ ਜਿਹੜੇ ਸੀ ਉਹ ਟ੍ਰੈਡੀਸ਼ਨਲ ਮੈਥਡ ਯੂਜ਼ ਕਰਦੇ ਸੀ ਵਾਰਫੇਅਰ ਦੇ, ਲੜਾਈ ਦੇ ਵਾਸਤੇ ਪੁਰਾਣੇ ਉਹੀ ਤਰੀਕੇ, ਪੁਰਾਣੇ ਹਥਿਆਰ ਯੂਜ਼ ਕਰਦੇ ਸੀ। ਨਾਲ ਨਾਲ ਜੋ ਹਾਥੀਆਂ ਦੇ ਉੱਪਰ ਲੜਦੇ ਸੀ, ਹਾਥੀ ਜਿਹੜਾ ਸੀ ਸਲੋਲੀ ਮੂਵ ਕਰਦੇ ਸੀ, ਉਹ ਫਾਸਟਰ ਨਹੀਂ ਹੁੰਦੇ ਸੀ। ਇਹਨਾਂ ਦੇ ਕੰਪੈਰੀਜ਼ਨ ਟਰਕਿਸ਼ ਜਿਹੜੇ ਸੀ, ਇਹਨਾਂ ਦੀ ਬੈਟਰ ਆਰਮੀ ਸੀ, ਇਹ ਬਹੁਤ ਜ਼ਿਆਦਾ ਵਧੀਆ ਇਕੁਇਪਮੈਂਟ ਹੁੰਦੇ ਸੀ, ਇਹਨਾਂ ਕੋਲੇ ਸ਼ਸਤਰ ਵੈਪਨ ਵਗੈਰਾ ਬਹੁਤ ਬੈਸਟ ਸੀ। ਨਾਲ ਨਾਲ ਇਹ ਲੜਾਈ ਦੇ ਵਾਸਤੇ ਹਾਰਸਸ ਨੂੰ ਯੂਜ਼ ਕਰਦੇ ਹੁੰਦੇ ਸੀ, ਜਿਹੜੇ ਕਿ ਫਾਸਟਰ ਹੁੰਦੇ ਸੀ ਬਹੁਤ ਜ਼ਿਆਦਾ। ਰਾਜਪੂਤ ਵਰ ਨੋਟ ਯੂਨਾਈਟਡ, ਰਾਜਪੂਤ ਜਿਵੇਂ ਆਪਾਂ ਸਟਾਰਟਿੰਗ ਲੈਸਨ ਦੀ ਸਟਾਰਟਿੰਗ ਵਿੱਚ ਪੜ੍ਹਿਆ ਸੀ ਕਿ ਯੂਨਾਈਟਡ ਨਹੀਂ, ਇਹ ਛੋਟੇ ਛੋਟੇ ਕਿੰਗਡਮ ਹੁੰਦੇ ਸੀ, ਇਹਨਾਂ ਦੇ ਆਪਸ ਵਿੱਚ ਹੀ ਲੜੀ ਜਾਂਦੇ ਸੀ। ਸੋ ਇਹਨਾਂ ਦੀ ਯੂਨਿਟੀ ਨਹੀਂ ਸੀ, ਤਾਂ ਕਰਕੇ ਇਹਨਾਂ ਦੀ ਇੱਕ ਮੁੱਖ ਕਮਜ਼ੋਰੀ ਸੀ ਇਹ। ਜਦੋਂ ਕਿ ਟਰਕ ਜਿਹੜੇ ਸੀ ਉਹ ਯੂਨਾਈਟਡ ਸੀ, ਉਹ ਜਿਹੜੇ ਸੀ ਇਕਜੁੱਟ ਹੋ ਕੇ ਲੜਦੇ ਹੁੰਦੇ ਸੀ। ਨੈਕਸਟ, the Rajput ruler were concerned of their own kingdom only, they had never kept a vigil on country's border। ਹੁਣ ਜਿਹੜੇ ਰਾਜਪੂਤ ਰੂਲਰ ਸੀਗੇ ਉਹ ਸਿਰਫ ਆਪਦੇ ਕਿੰਗਡਮ ਨਾਲ ਸੰਬੰਧਿਤ ਹੁੰਦੇ ਸੀ ਕਿ ਮੇਰਾ ਕਿੰਗਡਮ ਸੇਫ ਰਵੇ, ਆਪਦੇ ਵਾਸਤੇ ਲੜਦੇ ਸੀ। ਕੋਈ ਇਹਨਾਂ ਦੇ ਵਿੱਚ ਬ੍ਰਦਰਹੁੱਡ ਦੀ ਫੀਲਿੰਗ ਨਹੀਂ ਸੀ, ਸਗੋਂ ਦੀ ਇਹ ਦੂਸਰੇ ਕਿੰਗਡਮ ਨੂੰ ਹਥਿਆਉਣ ਦੇ ਵਾਸਤੇ ਹੀ ਹਮੇਸ਼ਾ ਲੜਾਈਆਂ ਕਰਦੇ ਸੀਗੇ। ਇੱਧਰ Turk soldier fought for a cause they knew that their victory would be bring them fortune as well as religious recognition। ਇਹ ਹਮੇਸ਼ਾ ਕਿਸੇ ਖਾਸ ਕਾਰਨ 'ਤੇ ਲੜਦੇ ਸੀ। ਨਾਲ ਨਾਲ ਇਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਇਹਨਾਂ 'ਤੇ ਜਿੱਤ ਪ੍ਰਾਪਤ ਕਰਾਂਗੇ, ਇਕੱਠੇ ਹੋ ਕੇ ਲੜਾਂਗੇ, ਤਾਂ ਉਹਦੇ ਨਾਲ ਹੀ ਸਾਡੀ ਕਿਸਮਤ ਬਦਲ ਸਕਦੀ ਹੈ, ਸਾਡੇ ਧਰਮ ਨੂੰ ਵੀ ਜਿਹੜੀ ਹੈਗੀ ਆ ਮਾਨਤਾ ਮਿਲ ਸਕਦੀ ਹੈ, ਇਸਲਾਮ ਧਰਮ ਨੂੰ ਮਾਨਤਾ ਮਿਲ ਸਕਦੀ ਹੈ।
ਨੈਕਸਟ ਦ ਰਾਜਪੂਤ ਡਿਡ ਨਾਟ ਹੈਵ ਐਨ ਆਊਟਸਟੈਂਡਿੰਗ ਲੀਡਰ। ਹੁਣ ਸੈਨਾ ਦੀ ਕਮਾਂਡ ਰੱਖਣ ਦੇ ਵਾਸਤੇ, ਸੈਨਾ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਵਾਸਤੇ ਇੱਕ ਲੀਡਰ ਤਾਂ ਹੋਣਾ ਜ਼ਰੂਰੀ ਹੈ। ਇਹਨਾਂ ਕੋਲ ਕੋਈ ਵੀ ਇਸ ਤਰ੍ਹਾਂ ਦਾ ਲੀਡਰ ਨਹੀਂ ਸੀ ਜਿਹੜਾ ਇਹਨਾਂ ਦੀ ਸੈਨਾ ਨੂੰ ਚੰਗੀ ਸੇਧ ਦੇ ਸਕਦਾ, ਚੰਗੀ ਸਟ੍ਰੈਟਜੀਜ਼ ਦੇ ਸਕਦਾ, ਯੁੱਧ ਨੀਤੀਆਂ ਦੱਸ ਸਕਦਾ। ਤੇ ਇੱਧਰ ਜੋ ਟਰਕ ਸੀਗੇ, ਟਰਕ ਦੇ ਕੋਲੇ ਬੈਸਟ ਲੀਡਰ ਸੀਗੇ, ਬੈਸਟ ਜੋ ਇਹਨਾਂ ਦੇ ਕਮਾਂਡਰ ਸੀਗੇ ਤੇ ਬੈਸਟ ਹੀ ਇਹਨਾਂ ਦੀ ਜੋ ਸਟ੍ਰੈਟਜੀ ਵਗੈਰਾ ਸਾਰਾ ਉਹ ਬਣਾਉਂਦੇ ਸੀਗੇ। ਇਸ ਤਰੀਕੇ ਦੇ ਨਾਲ ਇਹੀ ਜਿਹੜੀਆਂ ਚੀਜ਼ਾਂ ਸੀਗੀਆਂ, ਇਹੀ ਗੱਲਾਂ ਸੀ, ਫਰਕ ਸੀ ਇਹਨਾਂ ਦੋਹਾਂ ਦੇ ਵਿਚਕਾਰ, ਤਾਂ ਹੀ ਕਰਕੇ ਟਰਕਿਸ਼ ਜਿਹੜੇ ਸੀ ਉਹ ਹਮੇਸ਼ਾ ਹੀ ਉਹਨਾਂ ਨੇ ਸਕਸੈਸ ਪ੍ਰਾਪਤ ਕੀਤੀ ਸੀ। ਨੈਕਸਟ ਉਸ ਟਾਈਮ ਦੀ ਇਕੋਨਮੀ, ਰਿਲੀਜਨ ਤੇ ਐਜੂਕੇਸ਼ਨ ਦੇ ਬਾਰੇ ਪੜ੍ਹਾਂਗੇ। ਆਰਥਿਕ ਸਥਿਤੀ ਕਿਹੋ ਜਿਹੀ ਸੀ, ਧਰਮ ਕਿਹੋ ਜਿਹਾ ਸੀ ਤੇ ਐਜੂਕੇਸ਼ਨ ਕਿਹੋ ਜਿਹੀ ਸੀ। ਸਭ ਤੋਂ ਪਹਿਲਾਂ ਇਕੋਨਮੀ ਦੇ ਬਾਰੇ ਪੜ੍ਹਦੇ ਹਾਂ। ਇਕੋਨਮੀ ਦੇ ਵਿੱਚ ਕੀ ਆਉਂਦਾ ਏ, ਐਗਰੀਕਲਚਰ ਵਾਸ ਦਾ ਮੇਨ ਆਕੂਪੇਸ਼ਨ ਆਫ ਪੀਪਲ। ਲੋਕਾਂ ਦਾ ਮੁੱਖ ਧੰਦਾ ਕੀ ਸੀ, ਖੇਤੀਬਾੜੀ ਸੀਗਾ। ਠੀਕ ਹੈ। ਇਸ ਤੋਂ ਬਿਨਾਂ ਦਾ ਪੀਪਲ ਅਡੋਪਟਡ ਵੇਰੀਅਸ ਮੀਨਸ ਆਫ ਇਰੀਗੇਸ਼ਨ। ਦਾ ਆਰਟੀਸਨ ਮੇਡ ਟੈਕਸਟਾਈਲ ਆਫ ਸਿਲਕ, ਕਾਟਨ, ਵੂਲ। ਹੁਣ ਜਿਹੜੇ ਆਰਟੀਸਨ ਸੀਗੇ ਉਹ ਕੱਪੜੇ ਕਾਹਦੇ ਬਣਾਉਂਦੇ ਸੀ, ਸਿਲਕ ਦੇ ਵੀ, ਕਾਟਨ ਦੇ ਵੀ ਤੇ ਵੂਲ ਦੇ ਵੀ ਬਣਾਏ ਜਾਂਦੇ ਸੀ। ਦੇ ਵਰ ਆਲਸੋ ਐਕਸਪਰਟ ਇਨ ਮੈਟਲ ਐਂਡ ਵੁੱਡ ਵਰਕ। ਹੁਣ ਧਾਤਾਂ ਦੇ ਕੰਮ ਵਿੱਚ ਤੇ ਲੱਕੜ ਦੇ ਕੰਮ ਵਿੱਚ ਵੀ ਉਹ ਕਾਫੀ ਜ਼ਿਆਦਾ ਐਕਸਪਰਟ ਸੀਗੇ। ਦੇ ਪ੍ਰੋਡਿਊਸਡ ਗੁੱਡ ਕੁਆਲਿਟੀ ਪ੍ਰੋਡਕਟਸ ਇਨ ਲਾਰਜ ਵਰਾਇਟੀਜ਼। ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੇ ਪ੍ਰੋਡਕਟ ਇਹਨਾਂ ਦੁਆਰਾ ਬਣਾਏ ਜਾਂਦੇ ਸੀ। ਇੰਡੀਆ ਹੈਡ ਟ੍ਰੇਡ ਲਿੰਕ ਵਿਦ ਮੈਨੀ ਕੰਟਰੀਜ਼ ਇਨ ਵੈਸਟ ਐਂਡ ਸਾਊਥ ਈਸਟ ਏਸ਼ੀਆ। ਵੈਸਟ ਤੇ ਸਾਊਥ ਈਸਟ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਦੇਸ਼ਾਂ ਦੇ ਨਾਲ, ਏਸ਼ੀਆ ਦੇ ਨਾਲ ਟ੍ਰੇਡ ਦੇ ਸਬੰਧ ਸੀ, ਮਤਲਬ ਕਿ ਵਪਾਰਕ ਸਬੰਧ ਸੀ, ਵਪਾਰ ਚੱਲਦਾ ਸੀ। ਦੇ ਐਕਸਪੋਰਟ ਟੈਕਸਟਾਈਲ, ਮੈਟਲ ਐਂਡ ਵੁੱਡ ਵਰਕ ਐਂਡ ਸਪਾਈਸਿਸ। ਐਕਸਪੋਰਟ ਕੀ ਹੁੰਦਾ ਬੇਟੇ, ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਨੂੰ ਬਾਹਰਲੇ ਦੇਸ਼ ਵਿੱਚ ਭੇਜਣ ਨੂੰ ਐਕਸਪੋਰਟ ਕਹਿੰਦੇ ਅਸੀਂ। ਉਹ ਕਿਹੜੀਆਂ ਚੀਜ਼ਾਂ ਬਾਹਰ ਭੇਜਦੇ ਸੀ, ਕੱਪੜਾ ਹੋ ਗਿਆ, ਧਾਤਾਂ ਹੋ ਗਈਆਂ, ਲੱਕੜ ਦਾ ਸਮਾਨ ਜਾਂ ਲੱਕੜ ਹੋ ਗਈ ਤੇ ਸਪਾਈਸਿਸ ਹੋ ਗਈਆਂ ਜਿਵੇਂ ਮਸਾਲੇ ਵਗੈਰਾ ਹੋ ਗਏ। ਠੀਕ ਹੈ। ਐਂਡ ਇੰਪੋਰਟਡ ਹਾਈਬ੍ਰਿਡ ਹਾਰਸ ਫਰੋਮ ਅਰੇਬੀਆ। ਤੇ ਇੰਪੋਰਟ ਹੁੰਦਾ ਏ ਬਾਹਰਲੇ ਦੇਸ਼ ਤੋਂ ਆਪਣੇ ਦੇਸ਼ ਵਿੱਚ ਕੋਈ ਚੀਜ਼ ਨੂੰ ਮੰਗਾਉਣਾ, ਜਿਹਨੂੰ ਆਪਾਂ ਆਯਾਤ ਕਹਿੰਦੇ ਆ। ਠੀਕ ਹੈ। ਤਾਂ ਆਪਣੇ ਦੇਸ਼ ਵਿੱਚ ਉਹ ਕੀ ਮੰਗਾਉਂਦੇ ਸੀਗੇ, ਹਾਰਸਸ। ਅਰੇਬੀਆ ਤੋਂ ਗੁੱਡ ਕੁਆਲਿਟੀ ਦੇ, ਗੁੱਡ ਬਰੀਡ ਦੇ, ਵਧੀਆ ਨਸਲ ਦੇ ਘੋੜੇ ਆ ਜਿਹੜੇ ਉਹ ਆਪਣੇ ਦੇਸ਼ ਵਿੱਚ ਮੰਗਾਏ ਜਾਂਦੇ ਸੀ। ਅੱਗੇ ਆ ਗਿਆ ਇਹਨਾਂ ਦਾ ਰਿਲੀਜਨ, ਕਿਵੇਂ ਦੇ ਧਰਮ ਨੂੰ ਮੰਨਦੇ ਸੀ। ਪੀਪਲ ਵਰ ਫੋਲੋਅਰ ਆਫ ਹਿੰਦੂ ਰਿਲੀਜਨ। ਹਿੰਦੂ ਰਿਲੀਜਨ ਨੂੰ ਮੰਨਦੇ ਸੀਗੇ। ਲਾਰਡ ਸ਼ਿਵਾ, ਵਿਸ਼ਨੂੰ, ਸ਼ਕਤੀ ਦੀ ਪੂਜਾ ਕੀਤੀ ਜਾਂਦੀ ਸੀ। ਪੀਪਲ ਆਫ ਈਸਟਰਨ ਇੰਡੀਆ ਵਰਸ਼ਿਪਡ ਬੁੱਧਾ ਐਜ਼ ਗੋਡ। ਜਿਹੜੇ ਹੁਣ ਈਸਟਰਨ ਇੰਡੀਆ ਦੇ ਲੋਕ ਸੀਗੇ, ਜਿਹੜੇ ਕਿ ਪੂਰਬੀ ਪੰਜਾਬ ਇੰਡੀਆ ਦੇ ਲੋਕ ਸੀਗੇ, ਉਹ ਲਾਰਡ ਬੁੱਧਾ ਦੀ, ਬੁੱਧਾ ਜਿਹੜਾ ਸੀਗਾ ਮਹਾਵੀਰ ਬੁੱਧ, ਉਹਨਾਂ ਦੀ ਵੀ ਪੂਜਾ ਕਰਦੇ ਸੀ ਐਜ਼ ਏ ਗੋਡ। ਦਾ ਭਗਤੀ ਮੂਵਮੈਂਟ ਫਰੋਮ ਸਾਊਥ ਸਪਰੈਡ ਨਾਰਥ ਇੰਡੀਆ। ਹੁਣ ਭਗਤੀ ਮੂਵਮੈਂਟ ਵੀ ਉਸ ਟਾਈਮ 'ਤੇ ਜ਼ੋਰਾਂ ਸ਼ੋਰਾਂ 'ਤੇ ਸੀਗਾ, ਸਾਊਥ ਤੋਂ ਨਾਰਥ ਵੱਲ ਨੂੰ ਫੈਲ ਚੁੱਕਿਆ ਸੀ। ਦ ਸੇਂਟ ਸਪਰੈਡ ਦਾ ਮੈਸੇਜ ਆਫ ਲਵ, ਬ੍ਰਦਰਹੁੱਡ ਐਂਡ ਡਿਵੋਸ਼ਨ ਆਫ ਗੋਡ। ਹੁਣ ਸੇਂਟਸ ਨੇ, ਜੋ ਭਗਤੀ ਸੇਂਟ ਸੀਗੇ, ਉਹਨਾਂ ਨੇ ਜੋ ਪਿਆਰ ਦਾ, ਭਗਤੀ ਦਾ ਤੇ ਭਾਈਚਾਰੇ ਦਾ ਮੈਸੇਜ ਹੈ ਜਿਹੜਾ ਉਹ ਦੇਣਾ ਸ਼ੁਰੂ ਕਰ ਦਿੱਤਾ ਸੀ। ਸੋ ਇਹ ਉਹਨਾਂ ਦੀ ਸੁਸਾਇਟੀ ਦੇ ਵਿੱਚ ਜੋ ਇਕੋਨਮੀ, ਰਿਲੀਜਨ ਤੇ ਐਜੂਕੇਸ਼ਨ ਸੀ।